श्री नानक पद पंकज बंदन पद पंकज बंदना सिमरो अंगद दोख निकंदना अमरदास गुर हृदय ध्यावो हृदय ध्यावो श्री गुरु रामदास गुण गावो श्री अर्जन विघ्नन के नाशक विघ्नन के नाशक हर गोबिंद शुभ सुमत प्रकाशक श्री हर राय नमो कर जोरी नमो कर जोरी गुर हर कृष्ण मनाए बहोरी तेग बहादुर परम कृपाला परम कृपाला श्री गुरु गोबिंद सिंह विसाला तरों तरा पर पुन पुन सीसा पुन पुन सीसा बंदों बार बार जगदीशा जिसमें है अमृत ज्ञान है मानक भगत बैराग श्री गुरु ग्रंथ साहिब उदद बंदों कर अनुराग एकंकारा सतगुरु ते प्रसाद सत होए वाहेगुरु जी की फतेह विघ्न विनाशन सोए वाहेगुरु जी की फतेह विघ्न विनाशन सोए क्यों इन बने रहन तलवंडी कृत मोती की हेठा मंडी जुग जुग अटल साहिब श्री गुरु ग्रंथ साहिब जी महाराज जी की पावन पवित्र हजूरी अंदर हाजरियां भरे अत सत्कार युग सत्संगी जनों दोवें हाथ जोड़ के फतेह प्रवान करो आखो जी वाहिगुरू जी का खालसा वाहिगुरू जी की फतेह। सतगुरां जी की अपार बख्शिश के सदका रोजाना ही असी सतगुरां जी की पावन पवित्र हजूरी अंदर सतगुरां जी की अमृतमय बाणी का रस पिंडा कीर्तन श्रवण करते हैं। नाल ही नाल धन गुरु नानक साहिब जी महाराज जी के जीवन के बाबत जो इतिहासक लड़ीवार कथा विचारा ने उन्होंने नाल भी साझा पाउण का यतन करते हैं। पिछले दीवाना के अंदर असी धन गुरु नानक साहिब जी महाराज जी के जीवन के बाबत श्री गुरु नानक प्रकाश के विचों पूर्वरात अध्याय 23वें का प्रसंग आरंभ किया सी, जिस दे विच असी इथों तक विचार सरवण कर चुके हाँ कि धन गुरु नानक साहिब जी महाराज जी के विआह तो उपरंत समुची बरात सुल्तानपुर की धरती के उत्ते बेबे नानकी जी के घर के विच पहुँच जाती है ते नगर के लोग रल मिल के खुशियां मनाउंदे ने। ते इस तरह कुछ दिन बीत जाने तो बाद धन गुरु नानक साहिब जी महाराज जी के पिता जी मेहता कालू जी वचन करते ने अपने पुत्र नूं कि हे पुत्र तुहाडी माता जी जो तलवंडी के धरती के उत्ते बैठे ने तलवंडी की धरती ते ने उन्हां दे मन दे विच भी बहुत इच्छा है भी वो तुहाडे दर्शन करना चाहते हैं, वो अपनी नूह नूं देखना चाहते हैं। इस करके तुसी साडे नाल चलो ते कुछ समा तलवंडी रहण तो बाद तुसी वापस सुल्तानपुर की धरती के उत्ते आके अपना काम काज संभाल लेना। इन्ने नूं भाई जयराम जी मना करते हैं। तो फिर भाई जयराम जी के पिता जी
ਭਾਈ ਪਰਮਾਨੰਦ ਜੀ ਜਿਨ੍ਹਾਂ ਦੀ ਸਾਰੇ ਹੀ ਨਗਰ ਦੇ ਲੋਕ, ਆਲੇ ਦੁਆਲੇ ਨਗਰਾਂ ਦੇ ਲੋਕ ਗੱਲ ਮੰਨਦੇ ਨੇ, ਸਾਰੇ ਉਹਨਾਂ ਨੂੰ ਸ੍ਰੇਸ਼ਟ ਮੰਨਦੇ ਨੇ। ਤੇ ਭਾਈ ਪਰਮਾਨੰਦ ਜੀ ਫਿਰ ਵਿਚਾਰ ਕਰਦੇ ਨੇ ਵੀ ਜਿਸ ਮਾਂ ਦਾ ਇਕਲੌਤਾ ਪੁੱਤਰ ਹੈ ਤੇ ਉਸ ਮਾਂ ਨੂੰ ਇੰਨਾ ਚਾਅ ਹੈ ਕਿ ਮੇਰੇ ਪੁੱਤਰ ਦਾ ਵਿਆਹ ਹੋਇਆ, ਤੇ ਜੇ ਇਸ ਖੁਸ਼ੀ ਦੇ ਮੌਕੇ ਦੇ ਉੱਤੇ ਵੀ ਪੁੱਤ ਆਪਣੀ ਮਾਂ ਨੂੰ ਨਾ ਮਿਲੇ ਤਾਂ ਫਿਰ ਬਾਅਦ ਦੇ ਵਿੱਚ ਕਦੋਂ ਜਾਣਾ ਹੈ। ਭਾਈ ਪਰਮਾਨੰਦ ਜੀ ਨੇ ਆਪਣੇ ਵਿਚਾਰ ਰੱਖੇ ਵੀ ਭਾਈ ਕੁਝ ਸਮਾਂ ਦੋਨੋਂ ਜੀ, ਭਾਵ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅਤੇ ਬੇਬੇ ਸੁਲੱਖਣੀ ਜੀ, ਦੋਨੋਂ ਜੀ ਰਲ ਮਿਲ ਕੇ ਆਪਣੀ ਮਾਤਾ ਦੀ ਸੇਵਾ ਕਰਕੇ ਆਉਣ ਤੇ ਕੁਝ ਦਿਨ ਬਾਅਦ ਫਿਰ ਉਹਨਾਂ ਦੇ ਚਰਨਾਂ ਦੇ ਵਿੱਚ ਸੀਸ ਰੱਖ ਕੇ ਨਮਸਕਾਰ ਕਰਕੇ ਉਹਨਾਂ ਤੋਂ ਆਗਿਆ ਲੈ ਕੇ ਵਾਪਸ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਪਹੁੰਚ ਜਾਣ। ਇੱਥੋਂ ਤੱਕ ਵਿਚਾਰਾਂ ਪਿਛਲੇ ਦੀਵਾਨਾਂ ਅੰਦਰ ਸਰਵਣ ਕਰ ਚੁੱਕੇ ਹਾਂ। ਆਓ ਅਗਲੇਰੀਆਂ ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸਿਜਦਾ ਕਰਦਿਆਂ ਹੋਇਆਂ ਆਪਣੀ ਰਸਨਾ ਤੋਂ ਉਚਾਰਨ ਕਰੀਏ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਕਿਉਂ ਇਨ ਬਣੇ ਰਹਿਣ ਤਲਵੰਡੀ, ਕ੍ਰਿਤ ਮੋਦੀ ਕੀ ਇਹ ਠਾ ਮੰਡੀ। ਭਾਈ ਪਰਮਾਨੰਦ ਜੀ ਹੁਣ ਫਿਰ ਨਾਲ ਹੀ ਨਾਲ ਇਹ ਵੀ ਵਿਚਾਰ ਰੱਖਦੇ ਨੇ ਵੀ ਭਾਈ ਇਹਨਾਂ ਨੂੰ ਸਦਾ ਵਾਸਤੇ ਤਲਵੰਡੀ ਰਹਿਣ ਦੀ ਲੋੜ ਨਹੀਂ, ਕੁਝ ਸਮਾਂ ਜਾਣ, ਆਪਣੀ ਮਾਤਾ ਜੀ ਦੀ ਸੇਵਾ ਕਰਨ। ਇਹਦੇ ਨਾਲ ਬੇਬੇ ਸੁਲੱਖਣੀ ਜੀ ਅਤੇ ਉਹਨਾਂ ਦੀ ਸੱਸ ਦੇ ਵਿਚਕਾਰ, ਭਾਵ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਮਾਤਾ ਜੀ ਦੇ ਵਿਚਕਾਰ ਆਪਸੀ ਨੇੜਤਾ ਵਧੇਗੀ, ਆਪਸੀ ਪਿਆਰ ਵਧੇਗਾ। ਤੇ ਫਿਰ ਬਾਅਦ ਦੇ ਵਿੱਚ ਤੁਸੀਂ ਵਾਪਸ ਮੋਦੀਖਾਨੇ ਦਾ ਕੰਮ ਕਰਨਾ ਹੈ, ਇਸ ਲਈ ਤੁਸੀਂ ਸੁਲਤਾਨਪੁਰ ਆ ਜਾਣਾ। ਤੁਹਾਨੂੰ ਸਦਾ ਵਾਸਤੇ ਤਲਵੰਡੀ ਰਹਿਣ ਦੀ ਲੋੜ ਨਹੀਂ ਹੈ, ਕਿਉਂਕਿ ਇਹਨਾਂ ਦਾ ਕਹਿੰਦੇ ਮੋਦੀ ਦੀ ਕਾਰ ਵੀ ਕਰਨੀ ਹੈ। ਬਾਲੇ ਕੋ ਤਜ ਕਰ ਅਬ ਜਾਵੇ, ਬੋਹਰ ਆਏ ਨਿਜ ਕਾਰ ਚਲਾਵੇ। ਹੁਣ ਜਿਹੜੇ ਆਖਦੇ ਸੀ ਵੀ ਭਾਈ ਮੋਦੀਖਾਨੇ ਦਾ ਕੰਮ ਕਾਜ ਕਿਸ ਤਰ੍ਹਾਂ ਚੱਲੇਗਾ, ਤੇ ਭਾਈ ਪਰਮਾਨੰਦ ਜੀ ਨੇ ਉਹ ਵੀ ਸੁਝਾਅ ਦਿੱਤਾ ਵੀ ਹੇ ਪੁੱਤਰ ਨਾਨਕ ਜੀ, ਤੁਸੀਂ ਆਪਣੀ ਜਗ੍ਹਾ ਭਾਈ ਬਾਲੇ ਨੂੰ ਛੱਡ ਜਾਵੋ, ਉਹ ਸਾਰਾ ਕੰਮ ਕਾਜ ਸੰਭਾਲ ਲੈਣਗੇ। ਉਹ ਤੁਹਾਡੇ ਨਾਲ ਹੀ ਰਹਿੰਦੇ ਸਨ, ਉਹਨਾਂ ਨੂੰ ਸਾਰਾ ਕੰਮ ਕਾਜ ਦਾ ਪਤਾ, ਇਸ ਕਰਕੇ ਆਪਣੀ ਜਗ੍ਹਾ ਉਹਨਾਂ ਨੂੰ ਸੰਭਾਲ ਜਾਵੋ। ਸੁਣ ਪਰਮਾਨੰਦ ਕੀ ਸ਼ੁਭ ਬਾਣੀ, ਮਨ ਮਾਨੀ ਸਭ ਦੂਸ਼ਣ ਠਾਨੀ। ਇਸੇ ਤਰ੍ਹਾਂ ਪਰਮਾਨੰਦ ਜੀ ਦੇ ਕਹਿੰਦੇ ਮੁਖ ਤੋਂ ਨਿਕਲੇ ਹੋਏ ਇਹਨਾਂ ਸ਼ੁਭ ਵਚਨਾਂ ਨੂੰ ਸੁਣ ਕੇ ਸਾਰਿਆਂ ਨੇ ਚੁੱਪ ਧਾਰਨ ਕਰ ਲਈ। ਸਾਰੇ ਚੁੱਪ ਹੋ ਗਏ ਨੇ ਤੇ ਸਾਰਿਆਂ ਨੇ ਇਹ ਵਚਨ ਮੰਨੇ ਹਨ। ਮੁਝੇ ਬੁਲਾਏ ਦੀਨ ਤਹਿ ਕਾਲਾ, ਬੋਲੇ ਬਾਣੀ ਦੀਨ ਦਿਆਲਾ। ਹੁਣ ਭਾਈ ਬਾਲਾ ਜੀ ਆਖਦੇ ਨੇ ਕਿ ਫਿਰ ਪਾਤਸ਼ਾਹ ਜੀ ਨੇ ਮੈਨੂੰ ਆਪਣੇ ਕੋਲ ਬੁਲਾਉਣਾ ਕੀਤਾ, ਤੇ ਫਿਰ ਆਪਣੇ ਕੋਲ ਬੁਲਾ ਕੇ ਆਪਣੇ ਸ਼੍ਰੀ ਕੰਠ ਤੋਂ ਕਹਿੰਦੇ ਕੁਝ ਬਚਨ ਉਚਾਰਨ ਕੀਤੇ ਹਨ। ਹਮ ਜਾਵੇ ਤਲਵੰਡੀ ਨਗਰੀ, ਰਹਿ ਤੁਮ ਕਾਰ ਚਲਾਵੋ ਸਗਰੀ। ਤੇ ਕਹਿੰਦੇ ਫਿਰ ਮੈਨੂੰ ਆਖਿਆ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਵੀ ਅਸੀਂ ਤਲਵੰਡੀ ਨਗਰ ਜਾ ਰਹੇ ਹਾਂ ਆਪਣੇ ਮਾਤਾ ਜੀ ਦੇ ਕੋਲ, ਤੁਸੀਂ ਸਾਡੇ ਤੋਂ ਮਗਰੋਂ ਸਾਰਾ ਕੰਮ ਕਾਜ ਸੰਭਾਲਣਾ ਹੈ, ਤੁਸੀਂ ਹੀ ਮੋਦੀਖਾਨੇ ਦਾ ਕੰਮ ਕਾਜ ਚਲਾਉਣਾ ਹੈ। ਖਰਚ ਨਿਸ਼ੰਖੇ ਦੇਹੋ ਵਿਸ਼ੇਖਾ, ਆਨ ਕਰਾਂਗੇ ਹਮ ਸਭ ਲੇਖਾ। ਤੇ ਕਹਿੰਦੇ ਤੁਸੀਂ ਨਿਸ਼ਚਿਤ ਹੋ ਕੇ, ਸ਼ੰਕੇ ਰਹਿਤ ਹੋ ਕੇ ਸਾਰਾ ਖਰਚਾ ਕਰਨਾ ਹੈ। ਤੇ ਫਿਰ ਕਹਿੰਦੇ ਜਦੋਂ ਅਸੀਂ ਵਾਪਸ ਆਵਾਂਗੇ, ਅਸੀਂ ਆਪ ਨਵਾਬ ਦੇ ਨਾਲ ਜਾ ਕੇ ਲੇਖਾ ਜੋਖਾ ਕਰ ਆਵਾਂਗੇ। ਸੁਣੀਏ ਸ਼੍ਰੀ ਅੰਗਦ ਕਹਿ ਬਾਲਾ, ਹੋਂ ਬੋਲਿਓ ਬਾਣੀ ਤੇ ਕਾਲਾ। ਤੇ ਹੁਣ ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੂੰ ਕਥਾ ਸੁਣਾਉਂਦੇ ਹੋਏ ਆਖਦੇ ਨੇ ਕਿ ਹੇ ਗੁਰੂ ਅੰਗਦ ਦੇਵ ਜੀ ਮਹਾਰਾਜ, ਮੇਰੀ ਗੱਲ ਸੁਣੋ, ਮੇਰੀ ਵਿਚਾਰ ਸੁਣੋ। ਮੈਨੂੰ ਇਸ ਤਰ੍ਹਾਂ ਪਾਤਸ਼ਾਹ ਜੀ ਨੇ ਆਪਣੇ ਕੋਲ ਜਦੋਂ ਬੁਲਾਇਆ ਸੀ ਨਾ, ਮੈਨੂੰ ਸਾਰੇ ਕੰਮ ਕਾਜ ਦੀ ਜ਼ਿੰਮੇਵਾਰੀ ਸੌਂਪੀ, ਤਾਂ ਕਹਿੰਦੇ ਮੈਂ ਵੀ ਉਸ ਸਮੇਂ ਆਪਣੇ ਮੁਖ ਤੋਂ ਕੁਝ ਬਚਨ ਆਖੇ ਸਨ। ਲੈਣ ਦੇਣ ਕੋ ਕਾਜ ਵਿਸ਼ੇਖਾ, ਮੋਤੇ ਸਾਂਭਿਓ ਜਾਏ ਨ ਲੇਖਾ। ਤੇ ਕਹਿੰਦੇ ਮੈਂ ਵੀ ਫਿਰ ਬਚਨ ਆਖੇ ਸੀ, ਪਾਤਸ਼ਾਹ ਜੀ ਇਹ ਲੇਖਾ ਜੋਖਾ ਬਹੁਤ ਵੱਡਾ ਹੈ, ਤੁਹਾਡੇ ਵਰਗਾ ਹੀ ਕੋਈ ਇਸ ਨੂੰ ਚਲਾ ਸਕਦਾ। ਕਹਿੰਦੇ ਮੇਰੇ ਕੋਲੋਂ ਸਾਰਾ ਕੰਮ ਕਾਜ ਸਾਂਭਿਆ ਨਹੀਂ ਜਾਵੇਗਾ।
ਕਾਰ ਚਲੇ ਕਿਉਂ ਬਿਨਾ ਤੁਮਾਰੇ, ਰਹਿਣ ਚਾਹੇ ਮਮ ਸਦਾ ਸੰਘਾਰੇ। ਤੇ ਇਸੇ ਤਰ੍ਹਾਂ ਆਖਦੇ ਨੇ, ਕਹਿੰਦੇ ਤੁਹਾਡੇ ਬਗੈਰ ਕਿਵੇਂ ਕੰਮ ਚੱਲੇਗਾ, ਮੈਂ ਤਾਂ ਸਦਾ ਹੀ ਤੁਹਾਡੇ ਨਾਲ ਰਹਿ ਕੇ ਤੁਹਾਡਾ ਸੇਵਕ ਹੋ ਕੇ ਹੀ ਕੰਮ ਕਾਜ ਕਰਦਾ ਰਿਹਾ ਹਾਂ। ਰਾਵ ਰਸ ਸਰਸ ਹੋਏ ਜੋ ਕੋ, ਤੋ ਤੁਮ ਕ੍ਰਿਤ ਨਿਭਾਹੈ ਸੋ। ਕਹਿੰਦੇ ਜੇ ਕੋਈ ਤੁਹਾਡੇ ਵਰਗਾ ਹੋਵੇ ਤਾਂ ਹੀ ਉਹ ਸਾਰਾ ਕੰਮ ਕਾਜ ਸੰਭਾਲ ਸਕਦਾ ਹੈ, ਉਹੀ ਤੁਹਾਡੇ ਕੰਮ ਕਾਜ ਨੂੰ ਠੀਕ ਢੰਗ ਦੇ ਨਾਲ, ਚੰਗੇ ਤਰੀਕੇ ਦੇ ਨਾਲ ਇਹ ਕੰਮ ਕਾਜ ਨਿਭਾ ਸਕਦਾ ਹੈ। ਸੁਣ ਬੋਲੇ ਸ੍ਰੀ ਮੁਖ ਸਸ ਸ਼ੋਭਾ, ਬਚਨਨ ਪਰ ਅੰਮ੍ਰਿਤ ਸ਼ਬ ਲੋਭਾ। ਤੇ ਫਿਰ ਭਾਈ ਬਾਲਾ ਜੀ ਆਖਦੇ ਨੇ ਕਿ ਮੇਰੇ ਬਚਨ ਸੁਣ ਕੇ ਦੁੱਖਾਂ ਦਾ ਨਾਸ਼ ਕਰਨ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਮੁਖ ਤੋਂ ਸ਼ੋਭਨੀਕ ਬਚਨ ਆਖੇ ਹਨ। ਹਵੈ ਬਾਲੇ ਤੁਝ ਕੋ ਮਮ ਸੰਗਾ, ਸਭੇ ਬੈਸ ਮੈਂ ਰਹੇ ਅਭੰਗਾ। ਤੇ ਕਹਿੰਦੇ ਮੈਨੂੰ ਇੰਜ ਪ੍ਰਤੀਤ ਹੋਇਆ ਵੀ ਉਹਨਾਂ ਦੇ ਮੁਖ ਤੋਂ ਨਿਕਲ ਹੋਏ ਬਚਨਾਂ ਨੇ ਅੰਮ੍ਰਿਤ ਦਾ ਛਿੜਕਾਅ ਕੀਤਾ ਹੈ, ਅੰਮ੍ਰਿਤ ਦੀ ਵਰਖਾ ਹੋ ਰਹੀ ਹੋਵੇ। ਤੇ ਕਹਿਣ ਲੱਗੇ, ਹੇ ਬਾਲੇ ਤੂੰ ਲਗਾਤਾਰ ਮੇਰੇ ਨਾਲ ਰਹਿ ਕੇ ਕੰਮ ਕਾਜ ਕੀਤਾ ਹੈ। ਸਦਾ ਨਾਮ ਮੈਂ ਪ੍ਰੀਤ ਕਨੇਰੀ, ਜਨਮ ਮਰਨ ਕੀ ਕਟੇ ਜੋ ਬੇਰੀ। ਤੇ ਇਸੇ ਤਰ੍ਹਾਂ ਹੁਣ ਭਾਈ ਬਾਲਾ ਜੀ ਨੂੰ ਆਖਦੇ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਿ ਹੇ ਬਾਲਾ ਜੀ, ਤੁਸੀਂ ਆਪਣੇ ਮਨ ਦੇ ਵਿੱਚ ਬਸ ਕੇਵਲ ਤੇ ਕੇਵਲ ਪਰਮਾਤਮਾ ਦੇ ਨਾਮ ਦਾ ਜਾਪ ਕਰਨਾ ਹੈ, ਆਪਣੇ ਹਿਰਦੇ ਦੇ ਵਿੱਚ ਪ੍ਰਭੂ ਦੇ ਪ੍ਰਤੀ ਪਿਆਰ ਪੈਦਾ ਕਰਨਾ ਹੈ, ਕੇਵਲ ਤੇ ਕੇਵਲ ਆਪਣੀ ਸੁਰਤ ਦੇ ਵਿੱਚ ਪਰਮਾਤਮਾ ਨੂੰ ਚੇਤੇ ਰੱਖਣਾ, ਕਿਉਂਕਿ ਉਸ ਨੂੰ ਆਪਣੀ ਸੁਰਤ ਦੇ ਵਿੱਚ ਚੇਤੇ ਕੀਤਿਆਂ, ਉਸ ਦੇ ਸਿਮਰਨ ਦਾ ਜਾਪ ਕੀਤਿਆਂ ਜਨਮ ਮਰਨ ਦੀਆਂ ਬੇੜੀਆਂ ਕੱਟੀਆਂ ਜਾਂਦੀਆਂ ਹਨ। ਕਾਰ ਕਰੇ ਸਭ ਹੀ ਕਰਤਾਰਾ, ਰਹੋ ਠੰਡ ਮਤ ਈਠ ਹਮਾਰਾ। ਤੇ ਪਾਤਸ਼ਾਹ ਜੀ ਆਖਦੇ ਨੇ ਕਿ ਜਦੋਂ ਇਸ ਤਰ੍ਹਾਂ ਤੁਸੀਂ ਪਰਮਾਤਮਾ ਦਾ ਨਾਮ ਜਪਦੇ ਰਹੋਗੇ, ਤੁਹਾਡੀਆਂ ਜਿੱਥੇ ਜਨਮ ਮਰਨ ਦੀਆਂ ਬੰਧਨਾਂ ਕੱਟੇ ਜਾਣਗੇ, ਤੁਸੀਂ ਉਹਨਾਂ ਜਨਮ ਮਰਨ ਦੇ ਬੰਧਨਾਂ ਤੋਂ ਛੁਟਕਾਰਾ ਪਾ ਲਵੋਗੇ। ਚੇਤੇ ਰੱਖਣਾ ਵੀ ਸਾਰਾ ਕੰਮ ਕਾਜ ਪ੍ਰਭੂ ਆਪ ਸੰਭਾਲੇਗਾ। ਤੁਸੀਂ ਤਾਂ ਕੇਵਲ ਦੁਕਾਨ ਦੇ ਉੱਤੇ ਜਾ ਕੇ, ਹੱਟੀ ਦੇ ਉੱਤੇ ਜਾ ਕੇ ਕੇਵਲ ਖਿਲਾਉਣਾ ਹੈ, ਤੇ ਬਾਕੀ ਦਾ ਸਾਰਾ ਕੰਮ ਕਾਜ ਪ੍ਰਭੂ ਨੇ ਆਪ ਹੀ ਕਰਵਾਉਣਾ ਹੈ। ਏਕ ਮਾਸ ਲੋ ਹਮਰੋ ਆਵਨ, ਤਾਵਤ ਰਹੀਏ ਰੀਤ ਸੁਹਾਵਨ। ਤੇ ਪਾਤਸ਼ਾਹ ਜੀ ਆਖਦੇ ਨੇ ਕਿ ਸਾਡੇ ਵਾਪਸ ਆਉਣ ਦੇ ਲਈ 1 ਮਹੀਨਾ ਲੱਗ ਜਾਵੇਗਾ। ਅਸੀਂ 1 ਮਹੀਨੇ ਦੇ ਵਾਸਤੇ ਤਲਵੰਡੀ ਜਾ ਰਹੇ ਹਾਂ। ਤਦ ਤੱਕ ਰੀਤੀ ਨੂੰ ਸੁਹਾਵਣਾ ਬਣਾਉਂਦੇ ਹੋਏ, ਤੁਸੀਂ ਸਾਰਾ ਕੰਮ ਕਾਜ ਕਰਦੇ ਹੋਏ ਇੱਥੇ ਟਿਕੇ ਰਹੋ। ਇਉ ਸੁਣ ਮੈਂ ਸੁਖ ਪਾਏ ਕਨੇਰਾ, ਕਹਿਓ ਬਚਨ ਹੋ ਰਾਵ ਰਚੇਰਾ। ਤੇ ਪਾਤਸ਼ਾਹ ਜੀ ਦੇ ਬਚਨ ਸੁਣ ਕੇ ਭਾਈ ਬਾਲਾ ਜੀ ਆਖਦੇ ਨੇ ਕਿ ਇਹ ਸਾਰਾ ਕੁਝ ਸੁਣ ਕੇ ਮੈਂ ਬਹੁਤ ਖੁਸ਼ ਹੋਇਆ, ਮਨ ਦੇ ਵਿੱਚ ਬਹੁਤ ਖੁਸ਼ੀ ਹੋਈ। ਤੇ ਕਹਿੰਦੇ ਫਿਰ ਮੈਂ ਬਚਨ ਆਖੇ ਕਿ ਮੈਂ ਤੁਹਾਡਾ ਸੇਵਕ ਹਾਂ। ਕਰ ਕਰੁਣਾ ਦੀਜੇ ਪਰ ਐਸੇ, ਤੁਮ ਆਇਸ ਪਹਿਲੋਂ ਨਹਿ ਕੈਸੇ। ਤੇ ਕਹਿੰਦੇ ਪਾਤਸ਼ਾਹ ਜੀ ਨੂੰ ਫਿਰ ਮੈਂ ਬਚਨ ਕੀਤੇ ਵੀ ਮੈਂ ਤੁਹਾਡਾ ਪਿਆਰਾ ਜਿਹਾ ਸੇਵਕ ਹਾਂ, ਤੁਸੀਂ ਇੰਨੀਆਂ ਬਖਸ਼ਿਸ਼ਾਂ ਕੀਤੀਆਂ ਨੇ, ਕਹਿੰਦੇ ਮੈਨੂੰ ਅਜਿਹਾ ਵਰ ਵੀ ਦੇਣਾ, ਮੇਰੇ ਲਈ ਇਹੋ ਜਿਹੀਆਂ ਬਖਸ਼ਿਸ਼ਾਂ ਝੋਲੀ ਦੇ ਵਿੱਚ ਪਾਉਣਾ ਕਿ ਅਗਾਹ ਤੋਂ ਵੀ ਜੋ ਕੁਝ ਵੀ ਤੁਸੀਂ ਹੁਕਮ ਕਰੋ, ਅੱਗੇ ਤੋਂ ਵੀ ਜੋ ਕੁਝ ਤੁਸੀਂ ਮੇਰੀ ਸੇਵਾ ਲਾਵੋ, ਮੈਂ ਕਦੇ ਵੀ ਉਸ ਦੀ ਉਲੰਘਣਾ ਨਾ ਕਰਾਂ। ਮੈਂ ਹਮੇਸ਼ਾ ਉਸ ਨੂੰ ਸਤ ਕਰਕੇ ਆਪ ਖਿੜੇ ਮੱਥੇ ਉਸ ਕੰਮ ਕਾਜ ਨੂੰ ਨੇਪਰੇ ਚਾੜਨ ਦੇ ਲਈ ਤਤਪਰ ਰਹਾ। ਰਹਿਓ ਸਦਾ ਮੈਂ ਹੋਵੈ ਅਨੁਸਾਰੀ, ਹਿਰਦੇ ਲਾਲਸਾ ਯਹੀ ਹਮਾਰੀ। ਤੇ ਸਦਾ ਹੀ ਕਹਿੰਦੇ ਮੈਂ ਤੁਹਾਡੀ ਆਗਿਆ ਦੇ ਵਿੱਚ ਰਹਾ, ਮੇਰੇ ਹਿਰਦੇ ਦੇ ਵਿੱਚ ਇਹੋ ਵੱਡੀ ਲਾਲਸਾ ਹੈ। ਪ੍ਰੇਮ ਪ੍ਰਸੀਦੇ ਸੁਣ ਕਰ ਬਚਨਾ, ਕਹੇ ਹੋਏ ਮਨ ਹਰ ਸੰਗ ਖਚਨਾ। ਤੇ ਫਿਰ ਆਖਦੇ ਨੇ ਕਹਿੰਦੇ ਮੇਰੀ ਇਹ ਗੱਲ ਸੁਣ ਕੇ ਪ੍ਰੇਮ ਦੇ ਵਿੱਚ ਪਸੀਜ ਕੇ ਪਾਤਸ਼ਾਹ ਜੀ ਨੇ ਹੁਣ ਬਚਨ ਕਹੇ ਨੇ, ਕਹੇ ਹੋਏ ਮਨ ਹਰ ਸੰਗ ਖਚਨਾ, ਕਿ ਤੇਰਾ ਮਨ ਸਦਾ ਹੀ ਪ੍ਰੇਮ, ਪ੍ਰਭੂ ਦੇ ਪ੍ਰੇਮ ਦੇ ਵਿੱਚ ਲੱਗਾ ਰਹੇ, ਤੁਹਾਡਾ ਮਨ ਸਦਾ ਹੀ ਪਰਮਾਤਮਾ ਦੇ ਨਾਮ ਦੇ ਰੰਗ ਦੇ ਵਿੱਚ ਰੰਗਿਆ ਰਹੇ। ਕਹਿਰੀ ਬੋਹਰ ਤਲਵੰਡੀ ਤਿਆਰੀ, ਜੋ ਬਰਾਤ ਸਭ ਸੰਗ ਸਿਧਾਰੀ। ਤੇ ਇਸੇ ਤਰ੍ਹਾਂ ਕਹਿੰਦੇ ਹੁਣ ਫਿਰ ਸਾਰਿਆਂ ਨੇ ਤਲਵੰਡੀ ਜਾਣ ਦੀ ਤਿਆਰੀ ਕੀਤੀ।
ਜਿੰਨੀ ਵੀ ਬਰਾਤ ਨਾਲ ਆਈ ਸੀ ਨਾ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਚੱਲ ਕੇ ਜਿਹੜੇ ਵਾਪਸ ਆਏ ਸਨ, ਕਹਿੰਦੇ ਹੁਣ ਸਾਰੀ ਬਰਾਤ ਨੇ ਤਿਆਰੀ ਕਰ ਲਈ ਵੀ ਅਸੀਂ ਆਪਣੇ ਨਾਲ ਹੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ, ਬੇਬੇ ਸੁਲੱਖਣੀ ਜੀ ਨੂੰ ਤਲਵੰਡੀ ਲੈ ਕੇ ਜਾਣਾ ਹੈ। ਮੈਂ ਪਿਛੇ ਕੀਨੀ ਕ੍ਰਿਤ ਮੋਦੀ ਦਿਓ ਖਰਚ ਜੋ ਚਹਿ ਨਿਰਪਲੋਦੀ। ਤੇ ਹੁਣ ਭਾਈ ਬਾਲਾ ਜੀ ਆਖਦੇ ਨੇ ਕਿ ਫਿਰ ਜਦੋਂ ਪਾਤਸ਼ਾਹ ਜੀ ਤਲਵੰਡੀ ਨੂੰ ਚਲੇ ਗਏ ਨਾ, ਉਹਨਾਂ ਦੇ ਜਾਣ ਦੇ ਮਗਰੋਂ ਕਹਿੰਦੇ ਮੈਂ ਸਾਰਾ ਕੰਮਕਾਜ ਮੈਂ ਹੀ ਸੰਭਾਲਿਆ, ਮੈਂ ਹੀ ਮੋਦੀਖਾਨਾ ਸੰਭਾਲਦਾ ਰਿਹਾ। ਤੇ ਇਸੇ ਤਰ੍ਹਾਂ ਕਹਿੰਦੇ ਜੋ ਕੁਝ ਵੀ ਨਵਾਬ ਦੌਲਤ ਖਾਨ ਲੋਧੀ ਨੂੰ ਚਾਹੀਦਾ ਸੀ ਉਸੇ ਦੇ ਅਨੁਸਾਰ ਉਹਨੂੰ ਜੋ ਕੁਝ ਵੀ ਖਰਚ ਦੀ ਲੋੜ ਸੀ ਉਹ ਮੈਂ ਦਿੰਦਾ ਰਿਹਾ ਹਾਂ। ਬਸਤ ਸਭਨ ਕੇ ਅਟੁੱਟ ਭੰਡਾਰਾ ਆਪਨ ਵੈਸਾ ਦਿਓ ਸੁਖਾਰਾ। ਤੇ ਇਸੇ ਤਰ੍ਹਾਂ ਕਹਿੰਦੇ ਸਾਰੇ ਜਿਹੜੇ ਵਸਤੂਆਂ ਦੇ ਭੰਡਾਰ ਸਨ ਉਹ ਟੁੱਟ ਸਨ, ਸਾਰੀਆਂ ਵਸਤੂਆਂ ਦੁਕਾਨ ਦੇ ਉੱਤੇ ਸਨ, ਸਾਰੀਆਂ ਵਸਤੂਆਂ ਦੇ ਭੰਡਾਰ ਸਨ। ਤੇ ਇਸੇ ਤਰ੍ਹਾਂ ਭਾਈ ਬਾਲਾ ਜੀ ਆਖਦੇ ਨੇ ਕਿ ਮੈਂ ਮੋਦੀਖਾਨੇ ਦਾ ਕੰਮ ਕਾਜ ਕਰਦਿਆਂ ਜਿੱਥੇ ਪਰਮਾਤਮਾ ਦਾ ਨਾਮ ਜਪਦਾ ਸਾਂ, ਮੋਦੀਖਾਨੇ ਦਾ ਕੰਮ ਕਾਜ ਚੱਲ ਰਿਹਾ ਸੀ, ਤੇ ਇਸੇ ਤਰ੍ਹਾਂ ਮੋਦੀਖਾਨੇ ਦੇ ਉੱਤੇ ਬੈਠ ਕੇ ਮੈਂ ਬਹੁਤ ਸੁਖੀ ਸਾਂ। ਦੋਹਰਾ ਬਾਲਾ ਕਹੈ ਦੇਖੇ ਨਹੀਂ ਤਲਵੰਡੀ ਜੋ ਆਨੰਦ, ਸੁਣੇ ਸੋ ਜਿਸ ਬਿਦ ਹੋ ਕਹੋ ਸ੍ਰੀ ਅੰਗਦ ਸੁਖ ਕੰਦ। ਤੇ ਭਾਈ ਬਾਲਾ ਜੀ ਆਖਦੇ ਨੇ ਕਿ ਹੇ ਸੁੱਖਾਂ ਦੇ ਦਾਤੇ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀਓ, ਮੈਂ ਤਾਂ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਮੋਦੀਖਾਨੇ ਦਾ ਕੰਮ ਕਾਜ ਸੰਭਾਲ ਰਿਹਾ ਸਾਂ। ਮੈਂ ਤਲਵੰਡੀ ਤਾਂ ਨਾਲ ਨਹੀਂ ਜਾ ਸਕਿਆ, ਪਰ ਜੋ ਕੁਝ ਵੀ ਮੈਂ ਸੁਣਿਆ ਵੀ ਤਲਵੰਡੀ ਦੇ ਵਿੱਚ ਪਹੁੰਚਣ ਦੇ ਉੱਤੇ ਪਾਤਸ਼ਾਹ ਜੀ ਦਾ ਕਿਸ ਤਰ੍ਹਾਂ ਸੁਭਾਗਤ ਹੋਇਆ, ਜਾਂ ਜੋ ਕੁਝ ਵੀ ਉੱਥੇ ਵਾਪਰਿਆ, ਕਹਿੰਦੇ ਜੋ ਕੁਝ ਵੀ ਮੈਂ ਸੁਣਿਆ ਸੀ ਉਸੇ ਦੇ ਅਨੁਸਾਰ ਤੁਹਾਨੂੰ ਸੁਣਾਉਣਾ ਕਰਦਾ ਹਾਂ। ਚੌਪਈ ਤਲਵੰਡੀ ਕੇ ਨਿਕਟ ਪਹੁੰਚੇ ਬਾਜਤ ਬਾਜੇ ਜਿਣ ਧੁਨ ਉੱਚੇ। ਇਸੇ ਤਰ੍ਹਾਂ ਕਹਿੰਦੇ ਜਦੋਂ ਸਾਰੀ ਬਰਾਤ ਫਿਰ ਤਲਵੰਡੀ ਪਹੁੰਚੀ ਹੈ ਨਾ, ਤਲਵੰਡੀ ਪਹੁੰਚਣ ਦੇ ਉੱਤੇ ਵੇ ਬੜਾ ਸਵਾਗਤ ਕੀਤਾ ਗਿਆ। ਤਲਵੰਡੀ ਨਗਰ ਦੇ ਨੇੜੇ ਪਹੁੰਚਣ ਦੇ ਉਪਰੰਤ ਉਸੇ ਤਰ੍ਹਾਂ ਜਿਵੇਂ ਜਾਹੋ ਜਲਾਲ ਪੂਰਾ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਹੋ ਰਿਹਾ ਸੀ, ਉਸੇ ਤਰ੍ਹਾਂ ਅਨੇਕਾਂ ਤਰ੍ਹਾਂ ਦੇ ਸਾਜ਼ ਵੱਜ ਰਹੇ ਨੇ ਤਲਵੰਡੀ ਪਹੁੰਚਣ ਉੱਤੇ। ਤਬਪੁਰ ਪਾਈ ਸਾਗਰ ਸੋਭਾ ਉਮਗੇ ਨਰਜਰ ਬੜਿਓ ਸ਼ੋਭਾ। ਤੇ ਇਸੇ ਤਰ੍ਹਾਂ ਕਹਿੰਦੇ ਹੁਣ ਜਿਹੜਾ ਤਲਵੰਡੀ ਨਗਰ ਸੀ ਨਾ, ਉਹ ਇੱਕ ਵਿਸ਼ਾਲ ਸਮੁੰਦਰ ਦਾ ਰੂਪ ਧਾਰਨ ਕਰ ਗਿਆ ਸੀ। ਇੱਥੇ ਕਵੀ ਜੀ ਨੇ ਸਮੁੰਦਰ ਦੀਆਂ ਉਦਾਹਰਨਾਂ ਵਰਤੀਆਂ ਨੇ ਕਿ ਜਿਵੇਂ ਸਮੁੰਦਰ ਵਿਸ਼ਾਲ ਹੁੰਦਾ ਹੈ ਨਾ, ਇਸੇ ਤਰ੍ਹਾਂ ਉਹ ਤਲਵੰਡੀ ਨਗਰ ਦੇ ਵਿੱਚ ਸਮੁੰਦਰ ਦੇ ਵਾਂਗ ਵਿਸ਼ਾਲ ਖੁਸ਼ੀਆਂ ਦਾ ਭੰਡਾਰਾ ਆ ਗਿਆ, ਵਿਸ਼ਾਲ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ। ਤੇ ਇਸੇ ਤਰ੍ਹਾਂ ਕਹਿੰਦੇ ਸਾਰੇ ਨਗਰ ਦੇ ਜਿਹੜੇ ਮਰਦ ਨੇ ਉਹ ਬੜਾ ਉਤਸ਼ਾਹ ਕਰ ਰਹੇ ਹਨ। ਕਰ ਸਿੰਗਾਰ ਕੋ ਨਾਗਰ ਨਾਰੀ ਕੰਚਨ ਪੂਖਣ ਰੁਚਰ ਸਵਾਰੀ। ਵੀ ਜਦੋਂ ਹੁਣ ਨਗਰ ਦੀਆਂ ਇਸਤਰੀਆਂ ਨੂੰ ਪਤਾ ਲੱਗਾ ਵੀ ਭਾਈ ਸਾਡੇ ਨਗਰ ਦੇ ਵਿੱਚ ਨਵੀਂ ਵਿਆਹੀ ਵਹੁਟੀ ਆ ਰਹੀ ਹੈ, ਤੇ ਸਾਰੇ ਦੇ ਮਨ ਦੇ ਵਿੱਚ ਚਾਅ ਹੋ ਗਿਆ ਵੀ ਅਸੀਂ ਵੀ ਬੇਬੇ ਸੁਲੱਖਣੀ ਜੀ ਦੇ ਦਰਸ਼ਨ ਕਰਨੇ ਨੇ। ਸਾਰੀਆਂ ਨਗਰ ਦੀਆਂ ਇਸਤਰੀਆਂ ਹੁਣ ਤਰ੍ਹਾਂ ਤਰ੍ਹਾਂ ਦਾ ਸ਼ਿੰਗਾਰ ਕਰਕੇ ਤਰ੍ਹਾਂ ਤਰ੍ਹਾਂ ਦੇ ਸੋਹਣੇ ਵਸਤਰ ਪਹਿਨ ਕੇ ਚੱਲ ਪਈਆਂ ਹਨ। ਪਰਦਾ ਚਲੀ ਪ੍ਰਕਾਸ਼ ਛਬੀਲਾ ਸੋਹਿਤ ਜੋ ਬੜਵਾਨਨ ਕੀਲਾ। ਤੇ ਇਸੇ ਤਰ੍ਹਾਂ ਕਹਿੰਦੇ ਜਿਹੜੇ ਨਗਰ ਦੇ ਲੋਕ ਤਿਆਰ ਹੋ ਕੇ ਹੁਣ ਤਲਵੰਡੀ ਦੇ ਵਿੱਚ ਰਹਿਣ ਵਾਲੇ ਮਹਿਤਾ ਕਾਲੂ ਜੀ ਦੇ ਘਰ ਦੇ ਵਿੱਚ ਪਹੁੰਚ ਗਏ ਨੇ, ਬਰਾਤ ਦਾ ਸਵਾਗਤ ਕਰਨ ਦੇ ਲਈ ਆਏ ਨੇ। ਕਹਿੰਦੇ ਉਹ ਇੰਜ ਸ਼ੋਭਾ ਪਾ ਰਹੇ ਨੇ ਜਿਵੇਂ ਸਮੁੰਦਰ ਦੇ ਵਿੱਚ ਲਹਿਰਾਂ ਆਈਆਂ ਹੋਣ। ਕੀਰਤ ਰਾਂਕਾ ਬਣੀ ਸੁਹਾਤੀ ਉਡਗਣ ਭੂਖਣ ਸਹਿਤ ਬਰਾਤੀ। ਤੇ ਇਸੇ ਤਰ੍ਹਾਂ ਕਹਿੰਦੇ ਜਿਵੇਂ ਚੰਦਰਮਾ ਦੀ ਚਾਂਦਨੀ ਬੜੀ ਸ਼ੋਭਾ ਪਾਉਂਦੀ ਹੈ ਨਾ, ਹਨੇਰੇ ਦੇ ਵਿੱਚ ਚੰਦਰਮਾ ਨਿਕਲਿਆ ਹੋਵੇ ਤੇ ਉਹ ਚੰਦਰਮਾ ਦੀ ਜਦੋਂ ਚਾਨਣੀ ਦੇਖਦੇ ਆ ਤਾਂ ਕਈ ਵਾਰੀ ਸਾਡਾ ਵੀ ਮਨ ਉਸ ਵੱਲ ਮੋਹਿਤ ਹੋ ਜਾਂਦਾ। ਤੇ ਕਹਿੰਦੇ ਇਸੇ ਤਰ੍ਹਾਂ ਜਿਹੜੇ ਬਰਾਤ ਦੇ ਨਾਲ ਜੀ ਆਏ ਨੇ ਉਹ ਵੀ ਇਸ ਚਾਂਦਨੀ ਦੇ ਵਾਂਗ ਚਮਕਦੇ ਹਨ। ਬਚਨ ਅਮੀ ਅਹਿਲਾਦ ਮੁਕੰਦਾ ਹਸ ਸ਼੍ਰੀ ਨਾਨਕ ਪੂਰਨ ਚੰਦਾ। ਤੇ ਕਹਿੰਦੇ ਇਸੇ ਤਰ੍ਹਾਂ ਮੁਕਤੀ ਦੇ ਦਾਤੇ ਭਾਵ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਚਨ ਜਿਹੜੇ ਨੇ ਉਹ ਅੰਮ੍ਰਿਤ ਰੂਪ ਹਨ। ਜਿਹੜੇ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਚਨ ਸਰਵਣ ਕਰ ਲੈਂਦੇ ਨੇ
ਜਿਨ੍ਹਾਂ ਦੇ ਵੀ ਕੰਨਾਂ ਦੇ ਵਿੱਚ ਪਾਤਸ਼ਾਹ ਜੀ ਦੇ ਬਚਨ ਜਾਂਦੇ ਨੇ, ਉਹਨਾਂ ਦਾ ਜਿਹੜਾ ਜੀਵਨ ਹੈ ਉਹ ਅਮਰ ਹੋ ਜਾਂਦੇ ਨੇ, ਉਹ ਮੁਕਤ ਹੋ ਜਾਂਦੇ ਨੇ, ਮੁਕਤੀ ਦਾ ਮਾਰਗ ਉਹਨਾਂ ਨੂੰ ਪਤਾ ਲੱਗ ਜਾਂਦਾ। ਇਸੇ ਤਰ੍ਹਾਂ ਕਹਿੰਦੇ ਪਾਤਸ਼ਾਹ ਜੀ ਬਰਾਤ ਦੇ ਵਿੱਚ ਇਸ ਤਰ੍ਹਾਂ ਸ਼ੋਭਾ ਪਾ ਰਹੇ ਨੇ ਜਿਵੇਂ ਕਹਿੰਦੇ ਪੂਰਨਮਾਸ਼ੀ ਦਾ ਚੰਦਰਮਾ ਚੜ੍ਹਿਆ ਹੋਵੇ। ਤਿਸੈ ਬਿਲੋਕਣ ਹੇਤਿ ਮੰਗਾ ਆਪ ਨਰਜਨ ਉਠੇ ਤੁਰੰਗਾ। ਇਸੇ ਤਰ੍ਹਾਂ ਕਹਿੰਦੇ ਪੂਰਨਮਾਸ਼ੀ ਦੇ ਚੰਦਰਮਾ ਦੇ ਭਾਵ ਗੁਰੂ ਜੀ ਨੂੰ ਵੇਖਣ ਦੇ ਵਾਸਤੇ ਹੁਣ ਲੋਕਾਂ ਦੇ ਵਿੱਚ ਬਹੁਤ ਚਾਅ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਦੇ ਵਾਸਤੇ ਲੋਕ ਇਸ ਤਰ੍ਹਾਂ ਕਹਿੰਦੇ ਚੱਲ ਕੇ ਆਏ ਨੇ ਜਿਵੇਂ ਸਮੁੰਦਰ ਦੇ ਵਿੱਚ ਲਹਿਰਾਂ ਉੱਠਦੀਆਂ ਹਨ। ਨਗਰ ਕੋਟ ਬੇਲਾ ਤਜ ਤੂਰਨ ਫੈਲਿਓ ਜਲ ਜੋ ਬਹਿਰ ਸੰਪੂਰਨ। ਤੇ ਕਿਵੇਂ ਕਹਿੰਦੇ ਜਿਵੇਂ ਸਮੁੰਦਰ ਦੇ ਵਿੱਚ ਪੂਰਨਮਾਸ਼ੀ ਦੇ ਵੇਲੇ ਹੈ ਨਾ ਜਵਾਰ ਭਾਟਾ ਆਉਂਦਾ ਹੈ, ਇਸੇ ਤਰ੍ਹਾਂ ਕਹਿੰਦੇ ਮਾਨੋ ਜਿਹੜਾ ਨਗਰ ਹੈ ਨਾ ਤਲਵੰਡੀ ਨਗਰ ਹੈ, ਜਿਹੜਾ ਤਲਵੰਡੀ ਨਗਰ ਦਾ ਵਸੀਵਾ ਹੈ, ਜਿਹੜੀ ਤਲਵੰਡੀ ਨਗਰ ਦੀ ਹੱਦ ਹੈ, ਕਹਿੰਦੇ ਉਹ ਇਸ ਤਰ੍ਹਾਂ ਮੰਨ ਲਓ ਵੀ ਉਹ ਸਮੁੰਦਰ ਦੇ ਕੰਢੇ ਨੇ। ਤੇ ਕਹਿੰਦੇ ਇਹਨਾਂ ਕੰਢਿਆਂ ਨੂੰ ਟੱਪ ਕੇ ਜਿਵੇਂ ਜਲ ਚਾਰ ਚੁਫੇਰੇ ਚਲ ਜਾਂਦਾ ਨਾ, ਸਮੁੰਦਰ ਦੀਆਂ ਲਹਿਰਾਂ ਕਈ ਵਾਰੀ ਸਮੁੰਦਰ ਦਾ ਹੱਦ ਬੰਦਾ ਟੱਪ ਜਾਂਦੀਆਂ ਨੇ। ਤੇ ਇਵੇਂ ਜਿਵੇਂ ਕਹਿੰਦੇ ਨਗਰ ਦੇ ਲੋਕਾਂ ਦੇ ਵਿੱਚ ਖੁਸ਼ੀ ਹੈ ਨਾ, ਉਹ ਖੁਸ਼ੀ ਵੀ ਤਲਵੰਡੀ ਨਗਰ ਤੋਂ ਬਾਹਰ ਤੱਕ ਫੈਲੀ ਹੋਈ ਹੈ। ਤਲਵੰਡੀ ਸ਼ਹਿਰ ਦੇ ਬਾਰ-ਬਾਰ ਵੀ ਲੋਕਾਂ ਨੂੰ ਜਦੋਂ ਪਤਾ ਲੱਗਾ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤਲਵੰਡੀ ਆ ਰਹੇ ਨੇ, ਕਿਉਂਕਿ ਪਾਤਸ਼ਾਹ ਜੀ ਲੰਬਾ ਸਮਾਂ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਮੋਦੀਖਾਨਾ ਚਲਾ ਰਹੇ ਸਨ। ਹੁਣ ਸਾਰਿਆਂ ਦੇ ਮਨ ਦੇ ਵਿੱਚ ਦਰਸ਼ਨਾਂ ਦੀ ਤਾਂਘ ਹੈ। ਇਸੇ ਤਲਵੰਡੀ ਨਗਰ ਦੇ ਵਿੱਚ ਹੁਣ ਪੰਡਿਤ ਹਰਦਿਆਲ ਜੀ ਵੀ ਨੇ, ਜਿਨ੍ਹਾਂ ਦੇ ਕੋਲੋਂ ਪਾਤਸ਼ਾਹ ਜੀ ਦੇ ਨਾਲ ਵੀ ਅਨੇਕਾਂ ਵਾਰ ਵਿਚਾਰ ਚਰਚਾ ਵੀ ਹੁੰਦੀ ਹੈ। ਤੇ ਇਸੇ ਨਗਰ ਦੇ ਵਿੱਚ ਜਿਹੜੇ ਪਾਤਸ਼ਾਹ ਜੀ ਨੂੰ ਵਿਦਿਆ ਪੜ੍ਹਾਉਣ ਵਾਲੇ ਵਿਦਿਆ ਦੇ ਦਾਤਾ ਬਣਨੇ ਜਾਂਦੇ ਸਨ, ਜਿਨ੍ਹਾਂ ਤੋਂ ਪਾਤਸ਼ਾਹ ਜੀ ਨੇ ਜਿਨ੍ਹਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ। ਇਸੇ ਨਗਰ ਦੇ ਵਿੱਚ ਹੁਣ ਰਾਏ ਬੁਲਾਰ ਜੀ ਰਹਿਣ ਵਾਲੇ ਨੇ। ਜਦੋਂ ਸਾਰੇ ਨੂੰ ਪਤਾ ਲੱਗਾ ਕਿ ਤਲਵੰਡੀ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆ ਰਹੇ ਨੇ, ਸਾਰੇ ਲੋਕਾਂ ਦੇ ਵਿੱਚ ਹੁਣ ਖੁਸ਼ੀਆਂ ਵੱਧ ਗਈਆਂ ਨੇ। ਦੇਖ ਦੇਖ ਪਰਮੋਦ ਨਾ ਥੋਰਾ ਸਭੈ ਬਿਲੋਚਨ ਕੀਨ ਚਕੋਰਾ। ਤੇ ਕਿਵੇਂ ਜਿਵੇਂ ਚੰਦਰਮਾ ਨੂੰ ਦੇਖਣ ਦੇ ਲਈ ਚਕੋਰ ਇੱਕਦਮ ਨਿਗਾਹ ਟਿਕਾ ਕੇ ਬੈਠੀ ਰਹਿੰਦੀ ਹੈ ਨਾ, ਚਕੋਰ ਇੱਕ ਪੰਛੀ ਹੈ, ਉਸ ਦੇ ਵਿੱਚ ਚੰਦਰਮਾ ਦੇ ਨਾਲ ਇੰਨੀ ਪ੍ਰੀਤ ਹੁੰਦੀ ਵੀ ਉਹ ਇੱਕ ਥਾਂ ਦੇ ਉੱਤੇ ਜੇਕਰ ਬੈਠ ਜਾਵੇ ਨਾ, ਚੰਦਰਮਾ ਆਪਣੀ ਦਿਸ਼ਾ ਬਦਲਦਾ ਪਰ ਉਹ ਆਪਣੀ ਥਾਂ ਤੋਂ ਨਹੀਂ ਹਿੱਲਦੀ, ਸਗੋਂ ਉਸੇ ਥਾਂ ਦੇ ਉੱਤੇ ਇੱਕਦਮ ਨਿਗਾਹ ਟਿਕਾ ਕੇ ਚੰਦਰਮਾ ਨੂੰ ਤੱਕਦੀ ਰਹਿੰਦੀ ਤੇ ਆਪਣੀ ਗਰਦਨ ਘੁਮਾਉਂਦੀ ਰਹਿੰਦੀ ਹੈ। ਤੇ ਉਹਦੀ ਇੰਨੀ ਚੰਦਰਮਾ ਦੇ ਨਾਲ ਪ੍ਰੀਤ ਹੈ। ਇਸੇ ਤਰ੍ਹਾਂ ਲੋਕਾਂ ਦੇ ਮਨ ਦੇ ਵਿੱਚ ਇੰਨਾ ਕੁ ਚਾਅ ਹੈ ਕਿ ਉਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਦੇ ਲਈ ਉਹਨਾਂ ਦੇ ਮਨ ਦੇ ਵਿੱਚ ਬਹੁਤ ਭੁੱਖ ਹੈ। ਚਿਰੰਕਾਲ ਵਿਚਰੇ ਸੁਖ ਰਾਸਾ ਜਿਨ ਕੋ ਮਿਲਣੇ ਕੀ ਬਹੁ ਪਿਆਸਾ। ਤੇ ਕਹਿੰਦੇ ਜਿਹੜੇ ਪਾਤਸ਼ਾਹ ਜੀ ਹੁਣ ਲੰਬੇ ਸਮੇਂ ਤੋਂ ਜਿਨ੍ਹਾਂ ਦਾ ਵਿਛੋੜਾ ਪਿਆ ਹੋਇਆ ਸੀ, ਲੰਬੇ ਸਮੇਂ ਤੋਂ ਜਿਨ੍ਹਾਂ ਨੇ ਪਾਤਸ਼ਾਹ ਜੀ ਦੇ ਦਰਸ਼ਨ ਨਹੀਂ ਕੀਤੇ ਸਨ, ਤੇ ਉਹਨਾਂ ਦੇ ਮਨ ਦੇ ਵਿੱਚ ਜਿੱਥੇ ਹੁਣ ਪਿਆਸ ਪੈਦਾ ਹੋਈ ਹੈ, ਤੇ ਇਸੇ ਤਰ੍ਹਾਂ ਹੁਣ ਉਹ ਪਿਆਸ ਜਿਹੜੀ ਹੈ ਉਹ ਦਰਸ਼ਨ ਕੀਤੇ ਬਿਨਾਂ ਨਹੀਂ ਬੁੱਝ ਸਕਦੀ। ਇਸੇ ਤਰ੍ਹਾਂ ਹੁਣ ਸਾਰੇ ਚਾਅ ਦੇ ਨਾਲ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦੇ ਲਈ ਪਹੁੰਚ ਰਹੇ ਹਨ। ਅਸ ਪ੍ਰਕਾਰ ਪੁਰ ਨਿਕਟ ਬਰਾਤਾ ਪ੍ਰਵੇਸ਼ੀ ਦਵਾਰ ਪ੍ਰਕਾਸ਼ ਸੁਹਾਤਾ। ਤੇ ਇਸੇ ਤਰ੍ਹਾਂ ਕਹਿੰਦੇ ਜਿਵੇਂ ਬਾਕੀ ਲੋਕ ਨਗਰ ਦੇ ਵਿੱਚ ਪਹੁੰਚ ਗਏ ਨੇ ਨਾ, ਬਰਾਤ ਵੀ ਹੁਣ ਨਗਰ ਦੇ ਨੇੜੇ ਪਹੁੰਚ ਗਈ ਹੈ। ਤੇ ਜਦ ਦੁਆਰ ਦੇ ਵਿੱਚ ਪ੍ਰਵੇਸ਼ ਕੀਤਾ ਗਿਆ ਤੇ ਕਹਿੰਦੇ ਚਾਰ ਚੁਫੇਰਾ ਪ੍ਰਕਾਸ਼ਮਈ ਹੋ ਗਿਆ ਹੈ। ਜਹ ਚੋਪਰ ਜਿਉ ਚਾਰ ਬਜ਼ਾਰੂ ਤਹ ਮੈਂ ਗਮਨੇ ਹਰਖਿਓ ਪਾਰੂ। ਜਿਵੇਂ ਕਹਿੰਦੇ ਬਾਜ਼ਾਰ ਦੇ ਵਿੱਚ ਰੌਣਕਾਂ ਲੱਗੀਆਂ ਹੁੰਦੀਆਂ ਨੇ ਨਾ, ਬਾਜ਼ਾਰਾਂ ਦੇ ਵਿੱਚ ਭੀੜਾਂ ਹੁੰਦੀਆਂ ਨੇ, ਇਸੇ ਤਰ੍ਹਾਂ ਕਹਿੰਦੇ ਉੱਥੇ ਗੁਰੂ ਜੀ ਜਦੋਂ ਪਹੁੰਚੇ ਨੇ ਇਹੋ ਜਿਹਾ ਦ੍ਰਿਸ਼ ਦੇਖਣ ਨੂੰ ਮਿਲਿਆ। ਅਨੇਕਾਂ ਤਰ੍ਹਾਂ ਦੀਆਂ ਖੁਸ਼ੀਆਂ ਮਨਾਈਆਂ ਗਈਆਂ ਨੇ, ਅਨੇਕਾਂ ਤਰ੍ਹਾਂ ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ। ਧਨ ਵਰ ਤਿਵਰ ਖਾਵਤ ਭਾਰੀ ਕਰੇ ਸੁਜਸ ਜਹ ਤਹ ਨਰ ਨਾਰੀ। ਤੇ ਕਹਿੰਦੇ ਸਾਰੇ ਨਗਰ ਦੇ ਲੋਕ ਨਰ ਨਾਰੀਆਂ ਅਨੇਕਾਂ ਤਰ੍ਹਾਂ ਦੇ ਜਸ ਗਾਉਂਦੇ ਨੇ, ਅਨੇਕਾਂ ਤਰੀਕਿਆਂ ਦੇ ਨਾਲ ਪਾਤਸ਼ਾਹ ਜੀ ਦੀ ਵਡਿਆਈ ਕਰਦੇ ਨੇ। ਤੇ ਇਸੇ ਤਰ੍ਹਾਂ ਕਹਿੰਦੇ ਧਨ ਦੌਲਤ ਦੀ ਵਰਖਾ ਕੀਤੀ ਜਾ ਰਹੀ ਹੈ। ਨਿਜ ਨਿਕੇਤ ਤੇ ਨਿਕਟੇ ਆਏ ਅਨਕ ਭਾਂਤ ਕੇ ਹੋਤ ਵਧਾਏ। ਤੇ ਕਹਿੰਦੇ ਫਿਰ ਸਾਰੇ ਹੁਣ
ਜਦੋਂ ਇਸ ਤਰ੍ਹਾਂ ਖੁਸ਼ੀਆਂ ਮਨਾ ਰਹੇ ਨੇ ਤੇ ਪਾਤਸ਼ਾਹ ਜੀ ਕਹਿੰਦੇ ਬਰਾਤ ਦੇ ਸਮੇਤ ਹੁਣ ਆਪਣੇ ਘਰ ਦੇ ਨੇੜੇ ਪਹੁੰਚ ਗਏ ਨੇ, ਆਪਣੇ ਗ੍ਰਹਿ ਦੇ ਨੇੜੇ ਪਹੁੰਚ ਗਏ ਨੇ ਤੇ ਅਨੇਕਾਂ ਪ੍ਰਕਾਰ ਦੀਆਂ ਵਧਾਈਆਂ ਹੋ ਰਹੀਆਂ ਹਨ। ਭਾ ਤ੍ਰਿਪਤਾ ਉਰ ਹਰਖ ਕਨੇਰਾ, ਸਹਿਤ ਸੁਨੂਖਾ ਸੁਤ ਕੋ ਹੇਰਾ। ਭਾ ਦਾ ਭਾਵ ਹੁੰਦਾ ਮਾਤਾ। ਕਹਿੰਦੇ ਜਦੋਂ ਮਾਤਾ ਤ੍ਰਿਪਤਾ ਜੀ ਦੇ ਹਿਰਦੇ ਦੇ ਵਿੱਚ ਪੁੱਤਰ ਨੂੰ ਜਦੋਂ ਦੇਖਿਆ ਨਾ, ਮਾਤਾ ਜੀ ਦੇ ਹਿਰਦੇ ਦੇ ਵਿੱਚ ਬਹੁਤ ਖੁਸ਼ੀ ਹੁੰਦੀ ਹੈ। ਮਾਤਾ ਜੀ ਬਹੁਤ ਪ੍ਰਸੰਨ ਹੁੰਦੇ ਨੇ ਆਪਣੇ ਪੁੱਤਰ ਨੂੰ ਸਮੇਤ ਆਪਣੀ ਨੂੰਹ ਦੇ ਦੇਖ ਕੇ। ਕਰੇ ਨਿਸ਼ਾਵਰ ਦਰਬਿਹ ਪਰਾ, ਵਾਰੈ ਵਾਰ ਵਾਰ ਬਰਬਾਰਾ। ਤੇ ਇਸੇ ਤਰ੍ਹਾਂ ਕਹਿੰਦੇ ਫਿਰ ਉਹਨਾਂ ਨੇ ਵੀ ਹੁਣ ਬਹੁਤ ਧਨ ਵਾਰਿਆ ਤੇ ਨਾਲ ਹੀ ਨਾਲ ਕਹਿੰਦੇ ਫਿਰ ਵਾਰ-ਵਾਰ ਆਪਣੇ ਪੁੱਤਰ ਦੇ ਉੱਤੋਂ ਪਾਣੀ ਵਾਰਦੇ ਹਨ। ਜੋ ਕੁਲਜੀਤ ਸ਼ਗਨ ਸ਼ੁਭ ਕਰਹੀ, ਹਉ ਬਲਿਹਾਰੀ ਬੈਣ ਉਚਰਹੀ। ਕਹਿੰਦੇ ਜਿਹੜੀ ਵੀ ਕੁਲ ਦੀ ਰੀਤੀ ਸੀ ਉਸੇ ਦੇ ਅਨੁਸਾਰ ਸਾਰੇ ਸ਼ਗਨ ਕੀਤੇ ਗਏ ਨੇ ਤੇ ਫਿਰ ਆਖਦੇ ਨੇ ਉੱਚੀ ਉੱਚੀ ਕਹਿੰਦੇ ਹਨ ਵੀ ਮੈਂ ਇਸ ਤੋਂ ਬਲਿਹਾਰ ਜਾਂਦੀ ਹਾਂ, ਮੈਂ ਆਪਣੇ ਪੁੱਤਰ ਤੋਂ ਬਲਿਹਾਰ ਜਾਂਦੀ ਹਾਂ। ਭਇਓ ਸਪੂਤ ਨਿਕਟ ਹਮਾਰੇ, ਬਿਨਸਤ ਏਕ ਜਾਸ ਕੁਲ ਤਾਰੇ। ਤੇ ਕਹਿੰਦੇ ਮੇਰਾ ਪੁੱਤਰ ਮੇਰੇ ਪਾਸ ਆਇਆ ਹੈ ਤੇ ਕਹਿੰਦੇ ਜਿਸ ਨੇ ਅਨੇਕਾਂ ਕੁਲਾਂ ਤਾਰ ਦਿੱਤੀਆਂ ਨੇ, ਮੈਂ ਤੋਂ ਬਲਿਹਾਰ ਜਾਂਦੀ ਹਾਂ। ਮਿਲੀ ਸੁਲੱਖਣੀ ਪੁਨ ਨਿਜ ਸਾਸੂ, ਧਰਿਓ ਚਰਨ ਪਰ ਮਸਤਕ ਆਸੂ। ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸੁਪਤਨੀ ਜੀ ਬੀਬੀ ਸੁਲੱਖਣੀ ਜੀ ਹੁਣ ਮਾਤਾ ਤ੍ਰਿਪਤਾ ਜੀ ਨੂੰ ਮਿਲਦੇ ਨੇ ਤੇ ਉਹਨਾਂ ਦੇ ਚਰਨਾਂ ਦੇ ਵਿੱਚ ਸੀਸ ਰੱਖ ਕੇ ਨਮਸਕਾਰਾਂ ਕਰਦੇ ਹਨ। ਆਸਕ ਦੀਨੀ ਲੀਨੀ ਅੰਕਾ, ਹਰਖ ਵਿਲੋਕਿਓ ਬੰਧਨ ਮਮਿਅੰਕਾ। ਤੇ ਇਸੇ ਤਰ੍ਹਾਂ ਜਦੋਂ ਮਾਤਾ ਜੀ ਨੇ ਦੇਖਿਆ ਕਿ ਮੇਰੀ ਨੂੰਹ ਨੇ ਮੇਰੇ ਚਰਨਾਂ ਦੇ ਵਿੱਚ ਸੀਸ ਰੱਖਿਆ ਹੈ ਤੇ ਕਹਿੰਦੇ ਮਾਤਾ ਜੀ ਨੇ ਉਹਨਾਂ ਨੂੰ ਬਾਹਾਂ ਤੋਂ ਫੜ ਕੇ ਆਪਣੇ ਕਲਾਵੇ ਦੇ ਵਿੱਚ ਲੈ ਕੇ ਅਥਾਹ ਪਿਆਰ ਦਿੱਤਾ ਹੈ। ਤੇ ਇਸੇ ਤਰ੍ਹਾਂ ਕਹਿੰਦੇ ਫਿਰ ਚੰਦਰਮਾ ਦੇ ਮੁਖੜੇ ਨੂੰ ਦੇਖ ਕੇ ਮਾਤਾ ਜੀ ਬੜੇ ਪ੍ਰੇਮ ਦੇ ਵਿੱਚ ਆ ਗਏ ਨੇ, ਬੜੇ ਪ੍ਰਸੰਨ ਹੁੰਦੇ ਨੇ। ਇਸੇ ਤਰ੍ਹਾਂ ਆਪਣੇ ਪੁੱਤ ਨੂੰ ਤੇ ਆਪਣੀ ਨੂੰਹ ਨੂੰ ਅਨੇਕਾਂ ਤਰੀਕਿਆਂ ਦੇ ਨਾਲ ਪਿਆਰ ਦਿੰਦੇ ਨੇ ਤੇ ਨਗਰ ਦੇ ਲੋਕ ਵੀ ਵਧਾਈਆਂ ਦਿੰਦੀਆਂ ਨੇ। ਇਸੇ ਤਰ੍ਹਾਂ ਅਸੀਂ ਇੱਥੋਂ ਤੱਕ ਪ੍ਰਸੰਗ ਸਰਵਣ ਕਰ ਚੁੱਕੇ ਹਾਂ। ਰਹਿੰਦੀਆਂ ਵਿਚਾਰਾਂ ਅਸੀਂ ਅਗਲੇਰੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ ਕਿ ਕਿਸ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਬੇਬੇ ਸੁਲੱਖਣੀ ਜੀ, ਮਾਤਾ ਤ੍ਰਿਪਤਾ ਜੀ ਜਾਂ ਹੋਰ ਨਗਰ ਦੇ ਲੋਕ ਪਰਿਵਾਰ ਦੇ ਜੀ ਕਿਸ ਤਰ੍ਹਾਂ ਖੁਸ਼ੀਆਂ ਮਨਾਉਂਦੇ ਨੇ। ਇਹ ਵਿਚਾਰਾਂ ਅਸੀਂ ਅਗਲੇਰੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਵਿਚਾਰਾਂ ਕਰਦੇ ਭੁੱਲਾਂ ਚੁੱਕਾਂ ਹੋ ਜਾਣੀਆਂ ਸੁਭਾਵਿਕ ਨੇ। ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ। ਬਖਸ਼ਦੇ ਹੋਏ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।